ਅੱਜ ਅਸੀਂ ਇੱਕ ਅਜਿਹੀ ਥਾਂ ਤੇ ਪਹੁੰਚੇ ਹਾਂ ਜੋ ਆਪਣੀ ਕਿਰਤ ਤਾਂ ਕਰ ਹੀ ਰਹੇ ਨੇ, ਪਰ ਇਸ ਅੱਜ ਕੱਲ੍ਹ ਦੀ ਦੁਨੀਆ ਦਾ ਸਭ ਤੋਂ ਜ਼ਰੂਰੀ ਦਾਨ ਜੋ ਕਿ ਹੁੰਦਾ ਹੈ ਵਿੱਦਿਆ ਦਾਨ। ਜੀ ਹਾਂ, ਵਿੱਦਿਆ ਦਾਨ ਕਰ ਰਹੇ ਨੇ। 12-13 ਸਾਲ ਹੋ ਗਏ ਮੈਨੂੰ ਐਜੂਕੇਸ਼ਨ ਤੇ ਹੀ ਕੰਮ ਕਰਦੇ ਨੂੰ, ਤੇ ਅਸੀਂ ਹਰ ਜਗ੍ਹਾ ਪੂਰੇ ਪੰਜਾਬ ਦੇ ਵਿੱਚ ਪਿੰਡ ਜਾ ਕੇ ਗਲੀ ਮੁਹੱਲਿਆਂ ਦੇ ਵਿੱਚ ਜਾ ਕੇ ਸਿੱਖਿਆ ਦਾ ਪ੍ਰਚਾਰ ਕਰਦੇ ਹਾਂ। ਸਿੱਖਿਆ ਹੀ ਇੱਕ ਐਸਾ ਦਾਨ ਆ ਜਿਹੜਾ ਲੁੱਟਿਆ ਨਹੀਂ ਜਾ ਸਕਦਾ, ਨਾ ਖੋਇਆ ਜਾ ਸਕਦਾ ਹੈ। ਉਹ ਵੰਡਣ ਨਾਲ ਹੋਰ ਵੱਧਦਾ ਆ, ਤੇ ਉਹੀ ਆਦਰਸ਼ਾਂ ਦੇ ਨਾਲ ਅਸੀਂ ਇਹ ਜਿਹੜਾ ਟਿਊਸ਼ਨ ਸੈਂਟਰ ਆ ਉਹ ਖੋਲ੍ਹਣ ਦਾ ਜਿਹੜਾ ਨਿਰਣੇ ਕੀਤਾ ਸੀਗਾ। मेरी ये सोच है कि यानी कि जो इंग्लिश मीडियम के स्टूडेंट्स में जो क्वालिटीज़ होती है, मेरे सरकारी स्कूल के बच्चों में भी वो क्वालिटीज़ होनी चाहिए कम पैसों में। तो मैडम बस मेरी यही कोशिश रहती है कि मेरे बच्चे कुछ अच्छी तरीके से टीच हो सके मुझसे और कुछ आगे कर सके। मैडम ਜਦ ਕਿ ਸਰਕਾਰਾਂ ਦਾ ਇਹ ਫਰਜ਼ ਆ ਕਿ ਅਸੀਂ ਜਿਹੜੀ ਸਿੱਖਿਆ ਦਾ ਸਤਰ ਆ ਉਹ ਇੱਕ ਕਰੀਏ। ਜਦੋਂ ਤੱਕ ਸਿੱਖਿਆ ਅਮੀਰ ਗਰੀਬ ਛੋਟੇ ਵੱਡੇ ਦੀ ਜਦ ਤੱਕ ਸਿੱਖਿਆ ਰਹੇਗੀ, ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ, ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ। ਮੈਮ ਕਿਹੜੀ ਕਲਾਸ ਦੇ ਬੱਚੇ ਤੁਹਾਡੇ ਕੋਲ ਇੱਥੇ ਆਉਂਦੇ ਆ? मैम मेरे पास नर्सरी से लेकर +1 +2 और फर्स्ट ईयर के स्पोकन के बच्चे भी मेरे पास आते हैं। गवर्नमेंट स्कूल के बच्चे इतने क्रिएटिव होते हैं ना कि मतलब मैम मैं बता नहीं सकती हूँ। उनमें इतनी क्रिएटिविटी होती है मैडम कि उन्हें सिर्फ निखारने की ज़रूरत होती है, उन्हें एक प्लेटफॉर्म की ज़रूरत होती है। 100 रुपये ਦੇ ਵਿੱਚ ਆਲ ਸਬਜੈਕਟ ਸਾਰੇ ਪੜ੍ਹਾਉਣਾ ਬੱਚਿਆਂ ਨੂੰ, ਬਟ ਇੰਗਲਿਸ਼ ਦੀ ਕੋਚਿੰਗ ਦੇਣਾ। ਮੈਡਮ ਬਹੁਤ ਵਧੀਆ ਕੰਮ ਕਰਦੇ ਨੇ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡੇ ਬੱਚਿਆਂ ਨੂੰ ਅੱਗੇ ਉਤਸ਼ਾਹ ਮਿਲਦਾ। ਮੈਡਮ ਤੇ ਸਰ ਬਹੁਤ ਸਟਰਗਲ ਕਰਦੇ ਨੇ। ਸਰਕਾਰਾਂ ਸਰਕਾਰੀ ਸਕੂਲਾਂ ਵੱਲ ਧਿਆਨ ਨਹੀਂ ਦਿੰਦੀਆਂ, ਇਹ ਉਹਨਾਂ ਦਾ ਕਸੂਰ ਆ। ਬੱਚੇ ਤਾਂ ਇੱਕੋ ਜਿਹੇ ਹੁੰਦੇ, ਰੱਬ ਦਾ ਰੂਪ ਹੁੰਦੇ ਬੱਚੇ ਤਾਂ ਜੀ। ਬੱਚਿਆਂ ਨੂੰ ਚਾਹੇ ਸਰਕਾਰੀ ਸਕੂਲੇ ਪਾ ਦਿਓ ਚਾਹੇ ਪ੍ਰਾਈਵੇਟ ਸਕੂਲੇ ਪਾ ਦਿਓ, ਉਹਨਾਂ ਨੇ ਸਿੱਖਿਆ ਲੈਣੀ ਹੋਈ ਹੈ। यानी मैं कहूँगी कि हर अगर शिक्षक इस चीज़ को अच्छी तरह से कैरी करे तो मेरे ख्याल से इस समाज में, इस भारत में एजुकेशन से रिलेटेड प्रॉब्लम सारी ख़त्म हो जाएगी। मैम ਸਤਿ ਸ਼੍ਰੀ ਅਕਾਲ ਜੀ, ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਲੀਨ ਕੌਰ ਸਵਾਗਤ ਕਰਦੀ ਹਾਂ। ਤੇ ਜਿਵੇਂ ਕਿ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੀ ਬਾਣੀ ਦੇ ਰਾਹੀਂ ਸਿਖਾਇਆ ਹੈ ਕਿ ਕਿਰਤ ਕਰੋ ਤੇ ਵੰਡ ਛਕੋ, ਤੇ ਅੱਜ ਅਸੀਂ ਇੱਕ ਅਜਿਹੀ ਥਾਂ ਤੇ ਪਹੁੰਚੇ ਹਾਂ ਜੋ ਆਪਣੀ ਕਿਰਤ ਤਾਂ ਕਰ ਹੀ ਰਹੇ ਨੇ, ਪਰ ਇਸ ਅੱਜ ਕੱਲ੍ਹ ਦੀ ਦੁਨੀਆ ਦਾ ਸਭ ਤੋਂ ਜ਼ਰੂਰੀ ਦਾਨ ਜੋ ਕਿ ਹੁੰਦਾ ਹੈ ਵਿੱਦਿਆ ਦਾਨ। ਜੀ ਹਾਂ, ਵਿੱਦਿਆ ਦਾਨ ਕਰ ਰਹੇ ਨੇ। ਜੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਅਸੀਂ BR ਅੰਬੇਦਕਰ ਟਿਊਸ਼ਨ ਸੈਂਟਰ ਦੇ ਵਿੱਚ ਪਹੁੰਚੇ ਹਾਂ, ਜਿੱਥੇ ਪ੍ਰਤਿਮਾ ਜੀ ਜਿਹੜੇ ਨੇ ਉਹ ਇੱਥੇ ਆਪਣੀ ਵਿੱਦਿਆ ਦਾ ਦਾਨ ਕਰ ਰਹੇ ਨੇ। ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਥੇ ਬਹੁਤ ਹੀ ਮਾਮੂਲੀ ਖਰਚੇ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹੋ। ਸਿਰਫ 100 ਰੁਪਏ ਦੇ ਵਿੱਚ ਇੱਥੇ ਬੱਚੇ ਜਿਹੜੇ ਨੇ ਉਹਨਾਂ ਨੂੰ ਟਿਊਸ਼ਨਸ ਦੇ ਰਹੇ ਨੇ, ਉਹਨਾਂ ਨੂੰ ਸਿਖਾ ਰਹੇ ਨੇ। ਤੇ ਸਿਰਫ ਉਹਨਾਂ ਦੀ ਲੈਂਗੁਏਜਿਸ ਹੀ ਨਹੀਂ, ਸਿਰਫ ਇੰਗਲਿਸ਼ ਵੀ ਬੱਚਿਆਂ ਨੂੰ ਸਿਖਾਈ ਜਾ ਰਹੀ ਹੈ। ਤੇ ਅੱਜ ਕੱਲ੍ਹ ਜਿਵੇਂ ਅਸੀਂ ਦੇਖਦੇ ਹਾਂ ਕਿ ਟਿਊਸ਼ਨਸ ਜਿਹੜੀਆਂ ਨੇ, ਬੱਚਿਆਂ ਦੇ ਸਕੂਲੀ ਖਰਚੇ ਵੀ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਧ ਚੁੱਕੇ ਨੇ। ਮਹਿੰਗਾਈ ਦੇ ਇਸ ਵੱਧ ਰਹੇ ਦੌਰ ਦੇ ਵਿੱਚ ਜਿੱਥੇ 100 ਰੁਪਏ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹੋ। ਤੇ ਅੱਜ ਸਾਡੇ ਨਾਲ ਮੌਜੂਦ ਨੇ BR ਅੰਬੇਦਕਰ ਸੈਂਟਰ ਜੋ ਇਹ ਚਲਾ ਰਹੇ ਨੇ ਪ੍ਰਤਿਮਾ ਜੀ ਤੇ ਪ੍ਰਦੀਪ ਜੀ। ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਹੈਲੋ ਸਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੱਥੇ ਆਏ ਹੋ। ਜੀ ਆਇਆਂ ਨੂੰ ਤੁਹਾਨੂੰ ਜੀ। ਮੈਡਮ ਸਰ, ਇਹ ਟਿਊਸ਼ਨ ਸੈਂਟਰ ਖੋਲ੍ਹਣ ਦਾ ਕਿਸ ਦਾ ਆਈਡੀਆ ਸੀ? ਐਕਚੁਅਲੀ ਆਈਡੀਆ ਤਾਂ ਸਾਡੇ ਦੋਨਾਂ ਦਾ ਹੀ ਸੀਗਾ। ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਡੇ ਜਿਹੜਾ ਟਿਊਸ਼ਨ ਸੈਂਟਰ ਆ ਉਹਦਾ ਨਾਮ ਡਾਕਟਰ BR ਅੰਬੇਦਕਰ ਟਿਊਸ਼ਨ ਸੈਂਟਰ ਆ। ਤੇ 12-13 ਸਾਲ ਹੋ ਗਏ ਮੈਨੂੰ ਐਜੂਕੇਸ਼ਨ ਤੇ ਹੀ ਕੰਮ ਕਰਦੇ ਨੂੰ, ਤੇ ਅਸੀਂ ਹਰ ਜਗ੍ਹਾ ਪੂਰੇ ਪੰਜਾਬ ਦੇ ਵਿੱਚ ਪਿੰਡ ਜਾ ਕੇ ਗਲੀ ਮੁਹੱਲਿਆਂ ਦੇ ਵਿੱਚ ਜਾ ਕੇ ਸਿੱਖਿਆ ਦਾ ਪ੍ਰਚਾਰ ਕਰਦੇ ਹਾਂ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਸਿੱਖਿਆਵਾਂ ਜਿਹੜੀਆਂ ਉਹਨਾਂ ਦੇ ਆਦਰਸ਼ ਸੀਗੇ, ਤੇ ਸਾਡੇ ਜਿਹੜੇ ਆਈਡਲ ਆ ਮਹਾਤਮਾ ਜੋਤੀਬਾ ਫੁੱਲੇ, ਮਾਤਾ ਸਾਵਿਤਰੀ ਬਾਈ ਫੁੱਲੇ, ਅਸੀਂ ਉਹਨਾਂ ਦੇ ਵਿਚਾਰਾਂ ਤੇ ਹੀ ਕੰਮ ਕਰਦੇ ਹਾਂ। ਤੇ ਉਹਨਾਂ ਦਾ ਹੀ ਜਿਹੜੇ ਆਦਰਸ਼ ਅਤੇ ਵਿਚਾਰਧਾਰਾ ਤੇ ਲੈ ਕੇ ਅਸੀਂ ਸਿੱਖਿਆ ਨੂੰ ਜਿਹੜਾ ਪ੍ਰੇਰਿਤ ਕਰਦੇ ਹਾਂ ਤੇ ਬੱਚਿਆਂ ਨੂੰ ਐਡਵਾਈਜ਼ ਕਰਦੇ ਹਾਂ ਕਿ ਸਿੱਖਿਆ ਬਹੁਤ ਜ਼ਰੂਰੀ ਆ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਹੀ ਇਨਸਾਨ ਅਮੀਰ ਆ, ਉਹੀ ਧਨਵਾਨ ਆ ਜਿਹਦੇ ਕੋਲ ਸਿੱਖਿਆ। ਅਸੀਂ ਜਦੋਂ ਛੋਟੇ ਹੁੰਦੇ ਸੀ ਪੜ੍ਹਦੇ ਸੀਗੇ ਵੀ ਸਿੱਖਿਆ ਹੀ ਇੱਕ ਐਸਾ ਦਾਨ ਆ ਜਿਹੜਾ ਲੁੱਟਿਆ ਨਹੀਂ ਜਾ ਸਕਦਾ, ਨਾ ਖੋਇਆ ਜਾ ਸਕਦਾ ਹੈ। ਉਹ ਵੰਡਣ ਨਾਲ ਹੋਰ ਵੱਧਦਾ ਆ, ਤੇ ਉਹੀ ਆਦਰਸ਼ਾਂ ਦੇ ਨਾਲ ਅਸੀਂ ਇਹ ਜਿਹੜਾ ਟਿਊਸ਼ਨ ਸੈਂਟਰ ਆ ਉਹ ਖੋਲ੍ਹਣ ਦਾ ਜਿਹੜਾ ਨਿਰਣੇ ਕੀਤਾ ਸੀਗਾ। ਸਰ, ਪਿਛਲੇ ਕਿੰਨੇ ਟਾਈਮ ਤੋਂ ਤੁਸੀਂ ਇਹ ਟਿਊਸ਼ਨ ਸੈਂਟਰ ਚਲਾ ਰਹੇ ਹੋ? ਸਾਨੂੰ ਅੱਜ 7 ਮਹੀਨੇ ਦੇ ਲਗਭਗ ਹੋ ਚੁੱਕੇ ਆ। ਤੇ ਟਿਊਸ਼ਨ ਸੈਂਟਰ ਜਦੋਂ ਅਸੀਂ ਐਗਜ਼ਾਮ ਅਪ੍ਰੈਲ ਦੇ ਜਦੋਂ ਐਗਜ਼ਾਮ ਹੁੰਦੇ ਉਸ ਟਾਈਮ ਅਸੀਂ ਜਿਹੜਾ ਡਿਸਾਈਡ ਕਰ ਲਿਆ ਸੀਗਾ ਵੀ ਅਸੀਂ ਟਿਊਸ਼ਨ ਸੈਂਟਰ ਜਿਹੜਾ ਖੋਲ੍ਹਾਂਗੇ। ਤੇ ਸਾਡਾ ਜਿਹੜਾ ਟਾਰਗੇਟ ਆ ਉਹ ਗਰੀਬ ਬੱਚਿਆਂ ਨੂੰ, ਕਿਉਂਕਿ ਜਿਹੜੀ ਅਸਮਾਨਤਾ ਫੈਲੀ ਹੋਈ ਹੈ ਨਾ ਉਹ ਸਿੱਖਿਆ ਦੇ ਕਾਰਨ ਹੀ ਫੈਲੀ ਹੋਈ ਹੈ। ਅੱਜ ਕੱਲ੍ਹ ਜੇ ਅਸੀਂ ਊਚ ਨੀਚ ਜੇ ਦੇਖੀਏ ਤੇ ਜੇ ਵੱਡਾ ਛੋਟਾ ਅਮੀਰ ਗਰੀਬ ਦੇਖੀਏ ਤਾਂ ਉਹਦਾ ਇੱਕ ਬਹੁਤ ਵੱਡਾ ਕਾਰਨ ਜਿਹੜਾ ਹੈ ਉਹ ਸਿੱਖਿਆ ਦਾ ਅਭਾਵ ਆ। ਤੇ ਜਦੋਂ ਤੱਕ ਆਮ ਬੰਦੇ ਨੂੰ, ਗਰੀਬ ਬੰਦੇ ਨੂੰ ਉਸ ਸਤਰ ਦੀ, ਉਸ ਲੈਵਲ ਦੀ ਸਿੱਖਿਆ ਨਹੀਂ ਮਿਲੇਗੀ ਤੇ ਜਦ ਤੱਕ ਜਿਹੜਾ ਸਮਾਜ ਦੇ ਵਿੱਚ ਅਸੰਤੁਲਨ ਫੈਲਿਆ ਹੋਇਆ ਉਹ ਕਦੇ ਵੀ ਇਕੁਅਲ ਨਹੀਂ ਹੋ ਸਕਦਾ, ਸਮਾਨ ਨਹੀਂ ਹੋ ਸਕਦਾ ਕਦੇ ਵੀ। ਸਰ, ਜਿਵੇਂ
ਜਿਵੇਂ ਤੁਸੀਂ ਲੈਵਲ ਦੀ ਗੱਲ ਕੀਤੀ ਹੈ ਨਾ, ਅਸਮਾਨਤਾ ਦੀ ਗੱਲ ਕੀਤੀ, ਤਾਂ ਉੱਥੇ ਜੇ ਆਪਾਂ ਦੇਖੀਏ ਹੈ ਨਾ, ਅੱਜ ਕੱਲ੍ਹ ਬਹੁਤ ਸਾਰੇ ਪ੍ਰਾਈਵੇਟ ਸਕੂਲਸ ਨੇ ਜਿਹੜੇ ਬਹੁਤ ਜ਼ਿਆਦਾ ਹੈਵੀ ਫੀਸਿਸ ਚਾਰਜ ਕਰ ਰਹੇ ਨੇ। ਬਹੁਤ ਲੋਕ ਵੀ ਨੇ ਜਿਹੜੇ ਇਹਨਾਂ ਦਾ ਵਿਰੋਧ ਕਰਦੇ ਨੇ, ਪਰ ਕੋਈ ਐਕਸ਼ਨ ਜਿਹੜਾ ਹੈ ਹਾਲੇ ਤੱਕ ਲਿੱਤਾ ਨਹੀਂ ਜਾ ਰਿਹਾ, ਫੀਸਿਸ ਉਨੀਆਂ ਹੀ ਜਾ ਰਹੀਆਂ ਨੇ, ਸਭ ਕੁਝ ਉੱਦਾਂ ਹੀ ਹੋ ਰਿਹਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਐਕਚੁਅਲ ਦੇ ਵਿੱਚ ਜਿਹੜਾ ਸਿੱਖਿਆ ਦਾ ਬਹੁਤ ਜ਼ਿਆਦਾ ਕਾਣ ਜਿਹੜਾ ਕੀਤਾ ਆ ਉਹ ਪ੍ਰਾਈਵੇਟ ਸਕੂਲਾਂ ਨੇ ਕੀਤਾ ਆ, ਤੇ ਕਾਫੀ ਹੱਦ ਤੱਕ ਜਦੋਂ ਅਸੀਂ ਦੇਖਦੇ ਆ ਕਿਹੜੇ ਜਦੋਂ ਫੀਸਾਂ ਦੇ ਨਾਮ ਤੇ, ਡੋਨੇਸ਼ਨ ਦੇ ਨਾਮ ਤੇ, ਸਕੂਲ ਡਰੈਸਸ ਦੇ ਨਾਮ ਤੇ, ਬੁੱਕਸ ਦੇ ਨਾਮ ਤੇ ਵੀ ਇੱਥੋਂ ਹੀ ਖਰੀਦੋ, ਉਹ ਵੱਡਾ ਵਪਾਰੀਕਰਨ ਹੋ ਰਿਹਾ ਸਕੂਲਾਂ ਦਾ। ਤੇ ਇਹ ਜਿਹੜਾ ਵਪਾਰੀਕਰਨ ਆ ਨਿਰੰਤਰ ਵੱਧਦਾ ਜਾ ਰਿਹਾ। ਸਰਕਾਰਾਂ ਵੀ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ, ਜਦ ਕਿ ਸਰਕਾਰਾਂ ਦਾ ਇਹ ਫਰਜ਼ ਆ ਕਿ ਅਸੀਂ ਜਿਹੜੀ ਸਿੱਖਿਆ ਦਾ ਸਤਰ ਆ ਉਹ ਇੱਕ ਕਰੀਏ। ਜਦੋਂ ਤੱਕ ਸਿੱਖਿਆ ਅਮੀਰ ਗਰੀਬ ਛੋਟੇ ਵੱਡੇ ਦੀ ਜਦ ਤੱਕ ਸਿੱਖਿਆ ਰਹੇਗੀ, ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ, ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ। ਤੇ ਜਦ ਤੱਕ ਪ੍ਰਾਈਵੇਟ ਸਕੂਲਾਂ ਦਾ ਨਿੱਜੀਕਰਨ ਜਿਹੜਾ ਵਪਾਰੀਕਰਨ ਜਿਹੜਾ ਆ ਉਹ ਖਤਮ ਨਹੀਂ ਹੋਏਗਾ ਤੇ ਸਮਾਨਤਾ ਕਦੇ ਵੀ ਆ ਹੀ ਨਹੀਂ ਸਕਦੀ ਸਮਾਜ ਦੇ ਵਿੱਚ। ਸਰ ਜੇ ਗੱਲ ਕਰੀਏ ਆਪਾਂ ਲੋਕਾਂ ਦੇ ਮਾਈਂਡਸੈਟ ਦੀ, ਹੈ ਨਾ, ਕਈ ਲੋਕਾਂ ਦੇ ਦਿਮਾਗ ਦੇ ਵਿੱਚ ਹੁੰਦਾ ਵੀ ਜੇ ਆਪਾਂ ਅਸੀਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਦੇ ਵਿੱਚ ਪਾ ਰਹੇ ਹਾਂ ਤਾਂ ਸਰਕਾਰੀ ਸਕੂਲਾਂ ਦਾ ਮਾਹੌਲ ਖਰਾਬ ਹੁੰਦਾ, ਉੱਥੇ ਪੜ੍ਹਾਈ ਨਹੀਂ ਵਧੀਆ ਹੁੰਦੀ, ਤਾਂ ਕਰਕੇ ਉਹ ਫਿਰ ਪ੍ਰਾਈਵੇਟ ਸਕੂਲਾਂ ਦੇ ਵੱਲ ਜਾਂਦੇ ਨੇ। ਤਾਂ ਇਹਦੇ ਸਰਕਾਰੀ ਸਕੂਲਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਲੋਕ ਸੋਚਦੇ ਹਨ ਅਸਲ ਦੇ ਵਿੱਚ ਉਹ ਜਿਹਾ ਮਾਹੌਲ ਹੁੰਦਾ ਹੈ? ਮੈਡਮ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਜ਼ਿਆਦਾ 80% ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲ ਦੇ ਆ, ਤੇ ਇੰਨੇ ਕ੍ਰੀਏਟਿਵ ਬੱਚੇ ਆ, ਇੰਨੇ ਕੁ ਨੌਲੇਜਫੁਲ ਬੱਚੇ ਆ, ਤੇ ਮੈਨੂੰ ਨਹੀਂ ਲੱਗਦਾ ਕਿਉਂਕਿ ਬੱਚਿਆਂ ਦਾ ਕੋਈ ਕਸੂਰ ਨਹੀਂ ਆ ਐਕਚੁਅਲ ਦੇ ਵਿੱਚ। ਇਹ ਜਿਹੜਾ ਮੈਨੇਜਮੈਂਟ ਆ, ਜਿਹੜਾ ਇਹ ਜਿਹੜੀ ਵਿਵਸਥਾ ਆ ਉਹਦਾ ਫਰਕ ਆ, ਉਹਦਾ ਨੁਕਸ ਆ। ਸਰਕਾਰਾਂ ਸਰਕਾਰੀ ਸਕੂਲਾਂ ਵੱਲ ਧਿਆਨ ਨਹੀਂ ਦਿੰਦੀਆਂ, ਇਹ ਉਹਨਾਂ ਦਾ ਕਸੂਰ ਆ। ਬੱਚੇ ਤਾਂ ਇੱਕੋ ਜਿਹੇ ਹੁੰਦੇ, ਰੱਬ ਦਾ ਰੂਪ ਹੁੰਦੇ ਬੱਚੇ ਤਾਂ ਜੀ। ਬੱਚਿਆਂ ਨੂੰ ਚਾਹੇ ਸਰਕਾਰੀ ਸਕੂਲੇ ਪਾ ਦਿਓ ਚਾਹੇ ਪ੍ਰਾਈਵੇਟ ਸਕੂਲੇ ਪਾ ਦਿਓ, ਉਹਨਾਂ ਨੇ ਸਿੱਖਿਆ ਲੈਣੀ ਹੋਈ ਆ। ਇਹ ਤਾਂ ਸਿੱਖਿਆ ਦੇਣ ਵਾਲਿਆਂ ਦਾ ਕਰਤੱਵ ਆ ਨਾ, ਉਹਨਾਂ ਦਾ ਫਰਜ਼ ਆ ਕਿ ਅਸੀਂ ਅੱਛੀ ਤੋਂ ਅੱਛੀ ਜਿਹੜੀ ਸਿੱਖਿਆ ਆ ਉਹ ਬੱਚਿਆਂ ਨੂੰ ਕਿੱਦਾਂ ਪ੍ਰੋਵਾਈਡ ਕਰਵਾ ਸਕਦੇ ਆ। ਤੇ ਸਰਕਾਰੀ ਸਕੂਲ ਜਿਹੜੇ ਆ ਉਹਨਾਂ ਦਾ ਵੀ ਫਰਜ਼ ਬਣਦਾ ਕਿ ਅਸੀਂ ਅੱਛੀ ਸਿੱਖਿਆ ਦਈਏ। ਪਰ ਮੈਂ ਜਦ ਤੱਕ ਦੇਖਿਆ ਕਿ ਜਿਹੜੇ ਸਾਡੇ ਸਰਕਾਰੀ ਸਕੂਲ ਦੇ ਬੱਚੇ ਆ ਉਹ ਕਾਫੀ ਇੰਟੈਲੀਜੈਂਟ ਆ CBSE ਬੋਰਡ ਦੇ ਨਾਲੋਂ ਵੀ, ਕਿਉਂਕਿ ਸਾਡੇ ਕੋਲ CBSE ਵੀ ਬੋਰਡ ਦੇ ਵੀ ਆ। ਉਹ ਜਿੱਦਾਂ ਇੱਕ ਰਟਾ ਦਿੰਦੇ ਨਾ ਬੱਚੇ ਨੂੰ, ਉੱਦਾਂ ਆ। ਲੇਕਿਨ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਮੈਂ ਦੇਖਿਆ ਕਿ 80% ਬੱਚੇ ਆ ਉਹ ਕ੍ਰੀਏਟਿਵ ਇੰਨੇ ਕਾ, ਜਿਹੜੇ ਲੈਂਪ ਬਣੇ ਹੋਏ ਆ, ਸ਼ਾਇਦ ਤੁਸੀਂ ਦੇਖੋ, ਜਿਹੜੇ ਸ਼ੀਟ ਬਣਾਉਂਦੇ ਆ, ਕੁਝ ਬੋਤਲ ਨੂੰ ਕੱਟ ਕੇ ਅਲੱਗ-ਅਲੱਗ ਪ੍ਰੋਡਕਟ ਬਣਾਉਂਦੇ ਜਿੱਦਾਂ ਬਿਜ਼ਨਸ ਤੌਰ ਤੇ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਤੇ ਉਹ ਸਰਕਾਰੀ ਸਕੂਲ ਦੇ ਵੈਸੇ ਹੀ ਕ੍ਰੀਏਟਿਵ ਬਹੁਤ ਆ ਬੱਚੇ। ਤੇ ਮੈਂ ਜ਼ਿਆਦਾ ਸਰਕਾਰ ਦਾ ਨੁਕਸ ਨਹੀਂ ਕੱਢਦਾ ਕਿਉਂਕਿ ਸਰਕਾਰ ਦਾ ਨੁਕਸ ਤਾਂ ਹੈ, ਲੇਕਿਨ ਕਈ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਦੀ ਹੁੰਦੀ ਆ, ਤੇ ਤਾਂ ਕਰਕੇ ਸਰਕਾਰੀ ਸਕੂਲਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਤੇ ਅਸੀਂ ਇਹ ਸੋਚਦੇ ਹਾਂ ਕਿ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਦਾ ਜਿਹੜਾ ਡਿਫਰੈਂਸ ਆ ਉਹ ਵੀ ਸਮਾਪਤ ਹੋਵੇ, ਖਤਮ ਹੋਵੇ, ਕਿਉਂਕਿ ਬੱਚਿਆਂ ਨੂੰ ਇੱਕੋ ਸਿੱਖਿਆ ਮਿਲੇ। ਪੂਰੇ ਭਾਰਤ ਦੇ ਵਿੱਚ ਸਿੱਖਿਆ ਦਾ ਸਤਰ ਜਿਹੜਾ ਉਹ ਇੱਕ ਹੋਣਾ ਚਾਹੀਦਾ। ਸਰ ਜਿਵੇਂ ਕਿ ਤੁਸੀਂ ਗੱਲ ਕੀਤੀ ਵੀ ਆਪਾਂ ਜੋ ਬੱਚਿਆਂ ਨੂੰ ਸਿਖਾਉਂਦੇ ਆ, ਬੱਚੇ ਤਾਂ ਕੱਚਾ ਘੜਾ ਹੁੰਦੇ ਨੇ ਨਾ, ਆਪਾਂ ਜਿਵੇਂ ਉਹਨਾਂ ਨੂੰ ਮੋਲਡ ਕਰ ਦਿੰਦੇ ਆ ਉਹ ਜਿਹੇ ਬਣ ਜਾਂਦੇ ਨੇ, ਆਪਾਂ ਜਿਹੇ ਜੀ ਮਰਜ਼ੀ ਸ਼ੇਪ ਦੇ ਦਈਏ। ਤੇ ਉੱਦਾਂ ਇੱਕ ਟੀਚਰ ਦਾ ਬੱਚਿਆਂ ਨੂੰ ਸਹੀ ਰਾਹ ਤੇ ਲਿਜਾਉਣ ਦੇ ਵਿੱਚ ਬਹੁਤ ਜ਼ਿਆਦਾ ਹੈ ਨਾ ਹੱਥ ਹੁੰਦਾ। ਫਿਰ ਆਪਾਂ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਕਿਸੇ ਦੀ ਵੀ ਆਪਾਂ ਕੋਈ ਗੱਲ ਨਹੀਂ ਕਰ ਸਕਦੇ। ਪਰ ਲੋਕਾਂ ਦੇ ਮਾਈਂਡ ਦੇ ਵਿੱਚ ਇਹ ਚੀਜ਼ ਹੈ ਵੀ ਸਰਕਾਰੀ ਸਕੂਲ ਦੇ ਟੀਚਰਸ ਹੀ ਇਹੋ ਜਿਹੇ ਆ। ਤਾਂ ਕੁਝ ਟੀਚਰਸ ਬਾਰੇ ਕੀ ਕਹਿਣਾ ਚਾਹੋਗੇ ਵੀ ਜਿਹੜੇ ਟੀਚਰਸ ਜਿਹੜੇ ਨੇ ਸਹੀ ਢੰਗ ਨਾਲ ਬੱਚਿਆਂ ਨੂੰ ਗਾਈਡ ਨਹੀਂ ਕਰਦੇ? ਕਈ ਸਕੂਲਾਂ ਦੇ ਵਿੱਚ ਦੇਖਿਆ ਗਿਆ ਆ ਕਿ ਸਰਕਾਰੀ ਸਕੂਲ ਦੇ ਜਿਹੜੇ ਟੀਚਰ ਹੁੰਦੇ ਉਹ ਸਹੀ ਤਰ੍ਹਾਂ ਨਹੀਂ ਗਾਈਡ ਕਰਦੇ। ਇਹ ਵੀ ਹੈ, ਲੇਕਿਨ ਇਹਦੇ ਵੱਲ ਧਿਆਨ ਕਿਹਨੇ ਦੇਣਾ ਆ? ਸਰਕਾਰਾਂ ਨੇ ਦੇਣਾ ਆ। ਪੇਰੈਂਟਸ ਨੇ ਆ ਕੇ ਉਹਨਾਂ ਵੱਲ ਧਿਆਨ ਨਹੀਂ ਦੇਣਾ। ਇਸ ਜਿਹੜੇ ਜਦੋਂ ਇੰਟਰਵਿਊ ਲੈਂਦੇ ਆ, ਜਦੋਂ ਸਿਲੈਕਸ਼ਨ ਹੁੰਦੀ ਹੈ ਟੀਚਰਾਂ ਦੀ, ਇਹ ਤਾਂ ਸਰਕਾਰਾਂ ਦਾ ਫਰਜ਼ ਆ ਵੀ ਅਸੀਂ ਅੱਛੇ ਤੋਂ ਅੱਛਾ ਜਿਹੜਾ ਟੀਚਰ ਆ ਉਹ ਪ੍ਰੋਵਾਈਡ ਕਰਵਾਈਏ। ਬੱਚੇ, ਤੁਹਾਡੀ ਗੱਲ ਸਹੀ ਹੈ ਕਿ ਬਿਲ ਕੱਚਾ ਗੜਾ ਹੁੰਦਾ, ਸ਼ੇਪ ਦੇਣੀ, ਜਿਹੜਾ ਉਹਦਾ ਆਕਾਰ ਦੇਣਾ ਉਹ ਸ਼ਿਕਸ਼ਕ ਦਾ ਕੰਮ ਹੁੰਦਾ ਆ। ਲੇਕਿਨ ਸਰਕਾਰਾਂ ਦਾ ਵੀ ਕੁਝ ਫਰਜ਼ ਆ ਕਿ ਅਸੀਂ ਜਿਹੜੇ ਸਰਕਾਰੀ ਸਕੂਲ ਖੋਲ੍ਹੇ ਆ ਉਹਨਾਂ ਦੀ ਦੇਖ ਰੇਖ, ਉਹਨਾਂ ਦਾ ਫੀਡਬੈਕ ਲੈਣਾ, ਇਹ ਸਰਕਾਰਾਂ ਦਾ ਕੰਮ ਆ। ਕਿਤੇ ਨਾ ਕਿਤੇ ਉਹ ਮਿਲੀ ਭਗਤ ਦੇ ਨਾਲ ਕਿਤੇ ਕੰਮ ਹੁੰਦਾ ਹੈ ਵੀ ਸਰਕਾਰੀ ਸਕੂਲ ਜਿਹੜੇ ਆ ਜੇ ਨਹੀਂ ਸਤਰ ਵਧੀਆ ਹੋਏਗਾ ਤੇ ਲੋਕੀ ਆਪ ਹੀ ਪ੍ਰਾਈਵੇਟ ਸਕੂਲਾਂ ਵੱਲ ਦੌੜਨਗੇ, ਤੇ ਪ੍ਰਾਈਵੇਟ ਸਕੂਲ ਵੱਲ ਵੀ ਉਹੀ ਦੌੜਨਗੇ ਜਿਨ੍ਹਾਂ ਦੇ ਕੋਲ ਅੱਛੀ ਮਨੀ ਹੋਏਗੀ, ਫੀਡਬੈਕ ਹੋਏਗਾ, ਪੈਸਾ ਹੋਏਗਾ, ਅੱਛੇ ਸਮਾਜ ਦੇ ਨਾਲ ਬਿਲੋਂਗ ਕਰਨਗੇ। ਉਹ ਜਿਹੜੇ ਇਹ ਸਮਾਜ ਆ ਇਹ ਵੀ ਸਾਡਾ ਆਪਣਾ ਹੀ ਸਮਾਜ ਆ, ਇਹਦੇ ਬਾਰੇ ਕਿਹਨੇ ਸੋਚਣਾ ਹੈ? ਇਹ ਵੀ ਸਰਕਾਰਾਂ ਦਾ ਹੀ ਫਰਜ਼ ਆ ਸੋਚਣਾ ਵੀ। ਸਾਡਾ ਇਹ ਸਮਾਜ ਵਧੇਗਾ ਤਾਂ ਹੀ ਅੱਗੋਂ ਫਿਰ ਉੱਚੇ ਸਮਾਜ ਬਣਾਏਗਾ। ਤੇ ਸਰ ਅਸੀਂ ਜੇ ਗੱਲ ਕਰੀਏ ਨਾ, ਤੁਸੀਂ ਕਹਿੰਦੇ ਹੋ ਤੁਸੀਂ ਇੱਕ ਸੰਸਥਾ ਦੇ ਵਿੱਚ ਤੁਸੀਂ ਚਲਾ ਰਹੇ ਹੋ, ਤਾਂ ਤੁਹਾਡੀ ਉਹ ਸੰਸਥਾ ਵੀ ਟੀਚਰ ਸਰਕਾਰੀ ਸਕੂਲ ਦੇ ਵਿੱਚ ਜਿਵੇਂ ਮਾਹੌਲ ਸੈੱਟ ਕਰਨਾ ਜਾਂ ਕੁਝ ਇਹਦੇ ਲਈ ਕੰਮ ਕਰਦੀ ਹੈ? ਬਿਲਕੁਲ। ਅਸੀਂ ਆਮ ਤੌਰ ਤੇ ਜਿਹੜਾ ਸ੍ਰਿਸ਼ਟੀਕਰਤਾ ਵਾਲਮੀਕੀ ਐਜੂਕੇਸ਼ਨ ਫਾਊਂਡੇਸ਼ਨ ਆ ਸਾਡਾ, ਅਸੀਂ ਨਸ਼ਾਖੋਰੀ ਉਹਦੇ ਉੱਤੇ ਕੰਮ ਕਰਦੇ ਹਾਂ, ਅਨਪੜ੍ਹਤਾ ਦੇ ਕੰਮ ਕਰਦੇ ਹਾਂ, ਤੇ ਅੰਧ ਵਿਸ਼ਵਾਸ ਤੇ ਕੰਮ ਕਰਦੇ ਹਾਂ। ਜਿਹੜੇ ਸਾਡੇ ਟਾਰਗੇਟ ਆ, ਜਿਹੜੇ ਸਾਡੀ
ਮਤਲਬ ਜਿਸ ਅਸੀਂ ਜਿਹੜੇ ਸਾਡੇ ਟੀਚੇ ਆ ਅਸੀਂ ਉਹਨਾਂ ਤੇ ਕੰਮ ਕਰਦੇ ਆ ਤੇ ਅਸੀਂ ਇਹ ਚਾਹੁੰਦੇ ਕਿ ਜਿਹੜਾ ਸਿੱਖਿਆ ਦਾ ਸਤਰ ਆ ਉਹੀ ਵਧਣਾ ਚਾਹੀਦਾ ਆ। ਉਹਦੇ ਨਾਲ ਹੀ ਸਾਰੇ ਸਮਾਜ ਦਾ ਫਾਇਦਾ ਆ। ਉਹਦੇ ਸਾਰੇ ਸਮਾਜ ਇਕੁਐਲਿਟੀ ਜਦੋਂ ਹੀ ਆਏਗੀ ਜਦ ਤੱਕ ਸਮਾਜ ਦੇ ਵਿੱਚ ਸਿੱਖਿਆ ਦਾ ਜਿਹੜਾ ਸਤਰ ਆ ਉਹ ਇੱਕ ਨਹੀਂ ਹੁੰਦਾ। ਹਾਂਜੀ ਸਾਡੇ ਨਾਲ ਇੱਥੇ ਮੈਮ ਵੀ ਮੌਜੂਦ ਨੇ, ਮੈਮ ਦੇ ਨਾਲ ਵੀ ਗੱਲਬਾत कर लेने हैं। क्या हाल है मैम आपका? बिल्कुल बढ़िया। मैम पहले तो आप ये बताओ कि कौन कौन से सब्जेक्ट्स यहाँ पे आप पढ़ाते हो? मैम ऑल सब्जेक्ट्स पढ़ाती हूँ और स्पोकन भी बच्चों को देती हूँ और पंजाबी के लिए मैंने अपनी एक टीचर रखी हुई है जो वो पंजाबी को मतलब ऑल क्लासेस को टीच करते हैं। और स्पोकन के लिए इसीलिए क्योंकि मैम मेरी ये सोच है कि यानी कि जो इंग्लिश मीडियम के स्टूडेंट्स में जो क्वालिटीज़ होती है मेरे सरकारी स्कूल के बच्चों में भी वो क्वालिटीज़ होनी चाहिए कम पैसों में। तो मैडम बस मेरी यही कोशिश रहती है कि मेरे बच्चे कुछ अच्छी तरीके से टीच हो सके मुझसे और कुछ आगे कर सके मैम। ਤੇ ਮੈਮ ਕਿਹੜੀ ਕਲਾਸ ਦੇ ਬੱਚੇ ਤੁਹਾਡੇ ਕੋਲ ਇੱਥੇ ਆਉਂਦੇ ਆ? मैम मेरे पास नर्सरी से लेकर +1 +2 और फर्स्ट ईयर के स्पोकन के बच्चे भी मेरे पास आते हैं। ਤੇ ਮੈਮ ਤੁਸੀਂ ਕਿੰਨੀ ਫੀਸ ਚਾਰਜ ਕਰਦੇ ਹੋ? मैम ओनली 100 रुपीज़। मैम चाहे वो कोई भी बच्चे, चाहे नर्सरी क्लास का बच्चा है तो चाहे BA का बच्चा, सब कुछ? हाँ जी बिल्कुल। लेकिन मैम एक बात है कि अगर कोई बच्चा स्कूल नहीं जाता है, डिज़र्व नहीं कर पाते हैं उनके पेरेंट्स मतलब कि वो फ़ीस अफोर्ड नहीं कर पाते हैं, तो मैम ऐसे बच्चों को हम लोग फ्री ऑफ कॉस्ट भी पढ़ाते हैं, उनसे हम कोई फ़ीस भी नहीं लेते हैं। चलो मैम ਇਹ ਤਾਂ ਗੱਲ ਹੋ ਗਈ ਤੁਹਾਡੇ ਟਿਊਸ਼ਨ ਸੈਂਟਰ ਦੇ, ਤੇ ਤੁਸੀਂ ਆਪ ਕੀ ਕਰਦੇ ਹੋ? मैम मैं फ़िलहाल डिसेंट पब्लिक स्कूल जो करमसर कॉलोनी में है वहाँ पर पढ़ाती हूँ। 8th 9th की मैं टीचर हूँ और वहाँ पर भी मैं हिंदी और मैथ्स पढ़ाती हूँ मैम। और वहाँ से फ्री होकर फिर मैं 3:30 बजे अपने बच्चों के पास आ जाती हूँ। फिर यहाँ से हम 8:30 फ्री होती हूँ। मैम ये सारा कुछ करते हैं, ट्यूशन स्कूल मैनेज हो जाता है सब इजीली? मैम मैनेज होता नहीं है, करना पड़ता है एक्चुअली। मैम मम्मा हैं, हेल्प करते हैं मेरी काफ़ी, तो उनके साथ काफ़ी कुछ मैनेज होता है। मेरी फैमिली बहुत अच्छी है। ਤੇ ਮੈਮ ਤੁਹਾਡੀ ਆਪਦੀ ਕੁਆਲੀਫਿਕੇਸ਼ਨ ਕੀ? मैम मैंने B.Ed मास्टर किया हुआ है और बचपन से ही मेरा टीचिंग को लेके बहुत ज़्यादा क्रेज़ रहा है। जब मैं छोटी थी तब भी मैं दीवारों में लिखती थी और छोटे छोटे बच्चों को वैसे ही मतलब इमेजिनेशन करके बच्चों को पढ़ाया करती थी। तो यानी इट्स माय चाइल्डहुड ड्रीम मैम। तो मैम शुरू से शौक़ रहा है कि बच्चों को पढ़ाऊँ और मतलब अपनी लाइफ ज़्यादा से ज़्यादा बच्चों में ही स्पेंड करूँ मैम बस। बेसिकली यू आर लिविंग योर ड्रीम राइट? यस मैम ऑब्वियसली। एंड यू आर एंजॉयिंग इट ऑल्सो, है ना? बिल्कुल मैम ऑब्वियसली आई विल वेरी enjoyed एंड आई एम enjoy नाउ दैट टाइम मैम, वेरी enjoy मैम। मैम आप खुद टीचिंग लाइन में हो, है ना? जैसे मैंने सर से भी पूछा कि टीचर्स कुछ ऐसे हैं जो बच्चों को सही रास्ता नहीं दिखाते, सही प्रॉपर्ली गाइड नहीं करते, उन टीचर्स के बारे में क्या कहना चाहोगे? मैम देखिए मैं एक शिक्षक हूँ, मैं एक शिक्षक होकर किसी शिक्षक की निंदा तो नहीं करूँगी, लेकिन मैं ये ज़रूर कहूँगी कि अगर कोई शिक्षक अपनी ड्यूटी अच्छी तरह से नहीं निभाता है, क्या पता कि मेरी ड्यूटी में भी कभी कोई कमी रह जाती हो, तो मैं भी उसे फिल करने की पूरी कोशिश करूँगी। और जो नहीं उस चीज़ को निभाते हैं उनसे मैं एक निवेदन ही करूँगी, एक रिक्वेस्ट करूँगी कि प्लीज़ हम अपने बच्चों के फ्यूचर के साथ खेलें ना, उनको अपने ही बच्चों की दृष्टि से देखकर और उनके बच्चों को अच्छी तरीके से एजुकेटेड कर सकें मैम। बस यही उन टीचरों को मैं मैसेज देना चाहूँगी। आप इतने सारे बच्चों को पढ़ा रहे हो, बच्चों के लिए कुछ सपने देखते हो? यस मैम बिल्कुल। क्या? कई ऐसे बच्चे हैं मैम, बस मेरे बच्चे अपने अच्छे मुकाम तक पहुंच सकें और अच्छी से अच्छी एजुकेशन। मैम एजुकेशन को मैं ज़्यादा मोटिवेशन इसलिए देती हूँ क्योंकि मैम हमें नहीं पता ना, स्पेशली फॉर गर्ल्स हमें नहीं पता है कि लड़कियों ने शादी करके कहाँ जाना है। तो इसलिए मैम मैं हर वो एक लड़की को कहूँगी, चाहे गरीब हो चाहे किसी भी जात समाज की हो, उसने पढ़ाई करनी है और अगर किसी अदर टैलेंट में उसका इंटरेस्ट है तो मैं कहूँगी कि उनके पेरेंट्स को, उनकी फैमिली को इस चीज़ के लिए भी उन्हें कभी नहीं रोकना चाहिए। तो मैं चाहूँगी कि वो हर लड़की को अच्छा एजुकेशन मिले और लड़कों को भी वही चीज़ें मिले, क्योंकि हमने भी किसी दूसरे की लड़की अपने घर लेकर आना है तो उस लड़की को भी हमने अगर रिस्पॉन्सिबिलिटी से रखना है तो मैम एक लड़के को भी पढ़े लिखा होना बहुत ज़रूरी है, और अगर पढ़ा लिखा नहीं है तो एटलीस्ट जिम्मेदार होना तो बहुत ज़रूरी है। और मैम अगर हम बात करें आपके ट्यूशन सेंटर की, सर कह रहे हैं कि आपने 7 महीने पहले स्टार्ट किया था, तो स्टार्टिंग में मुश्किलें आई थी? बहुत मुश्किलें आई थी मैम। मतलब कहते हैं ना कि कोई अच्छे काम की शुरुआत में काफ़ी मुसीबतें आती हैं, फिर जाकर हम अचीव करते हैं। पता नहीं मैम शायद अचीव हमने कर लिया है या नहीं, ये तो मतलब मेरे बच्चे या उनके पेरेंट्स या हमें देखने वाले लोग ही बता सकते हैं ना। और देखा तो है कुछ सपना, वो सपना ज़रूर पूरा होगा एक ना एक दिन मैम, ज़रूर होगा। कितने बच्चे थे मैम जब आपने स्टार्ट करा? मैम 4 स्टूडेंट थे मैम, लेकिन अब मेरे पास 80-90 स्टूडेंट्स मैम हैं। मैम काफ़ी स्टूडेंट्स मेरे, मतलब ऐसा भी होता है कई बार कि जैसे बिफोर टाइम ही बच्चे अगर मेरी ट्यूशन में खड़े हो जाते हैं, उनको इतना मुझसे प्यार है, इतना मुझे उनसे लगाव है, मतलब
मैं बस एक्सप्लेन भी नहीं कर सकती कि कितना अच्छा समय बीतता है बच्चों के साथ। बच्चों का तो बेसिकली ये होता है ना, जहाँ से प्यार मिले वो उनसे सीखते, बच्चों को उन्हीं के ढंग में सिखाना पड़ता है ना। जी बिल्कुल, छोटे छोटे बच्चे हैं, शरारतें करते हैं, डांटना भी पड़ता है उन्हें, कई बारी माँ बन के डांटना पड़ता है, कई बारी एक माँ बन के प्यार भी करना पड़ता है। बहुत सारी चीज़ें हैं जो बच्चों के साथ कैरी करनी पड़ती है। यानी मैं कहूँगी कि हर अगर शिक्षक इस चीज़ को अच्छी तरह से कैरी करे तो मेरे ख्याल से इस समाज में, इस भारत में एजुकेशन से रिलेटेड प्रॉब्लम सारी ख़त्म हो जाएगी मैम। मैम हम बच्चों की बात कर रहे हैं ना, बच्चे अगर हम ज़्यादा दिन किताबों में पढ़ाई जाए बच्चे किताबों से ही पढ़ जाओ तो वो बच्चे बोर हो जाते हैं ना थोड़ा। हम खुद भी किताबों से पढ़ते रहे बोर है, तो इसके लिए कोई एक्टिविटीज़ वगैरह भी प्लान करते हैं? यस मैम, मैंने अभी 1 मंथ 2 मंथ हुआ है मैम, मैंने एक पेंटिंग टीचर भी अपने पास रखा और वो खुद हमारे साथ इस सेवा में हमारा सहायक बनना चाहते हैं। उन्होंने खुद कहा कि मैं भी फ्री ऑफ कॉस्ट, मैम मुझे आपसे कोई पेमेंट नहीं चाहिए, बस मैं इसी तरह सैटरडे को सर पीडी क्लास लेते हैं तो उसी में 30 मिनट्स या 40 मिनट्स में उसे यहाँ पर बुला लेती हूँ, तो वो बच्चों को जैसे पेंटिंग है या अदरवाइज़। अच्छा मैम, मैं ये कहना चाहूँगी कि मेरे बच्चे क्रिएटिव बहुत हैं। गवर्नमेंट स्कूल के बच्चे इतने क्रिएटिव होते हैं ना कि मतलब मैम मैं बता नहीं सकती हूँ। उनमें इतनी क्रिएटिविटी होती है मैडम कि उन्हें सिर्फ निखारने की ज़रूरत होती है, उन्हें एक प्लेटफॉर्म की ज़रूरत होती है। लेकिन क्या करें मैम कि कुछ मिडिल क्लास फैमिली वो चीज़ अफोर्ड नहीं कर पाती है तो वो पीछे रह जाते हैं। लेकिन मैम मेरी कोशिश यही है कि उन बच्चों को भी ये सारी चीज़ें मिलें। मैम हमारे व्यूअर्स को एक बार अपना एड्रेस ज़रूर बता दो अगर कोई आना चाहे आपके पास। बिल्कुल, मैं आप सबसे रिक्वेस्ट करती हूँ, एक शिक्षक हूँ मैं, डॉक्टर BR अम्बेडकर ट्यूशन सेंटर चला रही हूँ और यहाँ पर मैं ऑल सब्जेक्ट की टीचर हूँ। तो मैं हर एक उस गरीब बच्चे से, हर एक उस पढ़ने वाली हर एक लड़की से जो मन में इच्छा रखकर ही शादी करके भी अगले घर चली जाती है और सोचती है कि काश मैं पढ़ पाती, मैं उन सब से निवेदन करती हूँ कि प्लीज़ मेरे डॉक्टर BR अम्बेडकर ट्यूशन सेंटर का भाग बने और मेरे स्टूडेंट बने और मेरा साथ दें और मैं कोशिश करूँगी कि मैं आपको एक अच्छी शिक्षा दे सकूँ। एड्रेस मैम बस्ती जोधेवाल 2 नंबर गली मेरा रेसिडेंट है, लेकिन जहाँ मैं ट्यूशन पढ़ाती हूँ 3 नंबर गली की धर्मशाला है मैम, यहाँ पर मैं ट्यूशन पढ़ाती हूँ। और मैम आपके टाइमिंग्स क्या रहते हैं? मैम टाइमिंग मेरी रहती है 4 to 6, छोटे बच्चे आते हैं, फिर ना उसी बीच में यानी 5:30 से लेके 6:30 7:30 तक स्पोकन के बच्चे भी बीच में ही आ जाते हैं, उन्हें एडजस्ट कर लेती हूँ। फिर बड़े बच्चे मेरे 6 से 8 तक आते हैं, फिर 8:30 तक मेरे बड़े बच्चे के साथ में यहीं पर टाइम बिताकर फिर 8:30 क्लोज। कितने टाइम से आते हो बच्चे आप यहाँ पे? मैम 3-4 मंथ। 3-4 मंथ से। मैम अच्छा पढ़ाते हैं? यस मैम। मज़ा आता है मैम से पढ़ के? यस मैम। आज आप हमें ना माई सेल्फ कैसे सुना? Good evening one and all. Before I begin, I would like to pay my senior thank you to respected ma'am for providing me this great for opportunity to perform here. Now let me introduce myself. I am Vishali to tell you about my strength. I am an confident optimistic person. I am pursuing English classes enhance to my skills. Thank you listening for me. वेरी गुड, आप तो बहुत ही अच्छी इंग्लिश बोलते हो। मैम ने सिखाई है? Yes ma'am. मैम बहुत अच्छी हैं। Yes ma'am. मज़ा आता है ना बहुत? Yes ma'am. और क्या सिखाया मैम? मैम इंग्लिश में ज़्यादा मैम करते हैं, इंग्लिश में मैम बहुत ज़्यादा मैम हमें आधा घंटा देते हैं पढ़ाने के लिए इंग्लिश। ਅੱਜ ਇਸ ਟਿਊਸ਼ਨ ਸੈਂਟਰ ਦੇ ਵਿੱਚ ਬੱਚਿਆਂ ਦੇ ਪੇਰੈਂਟਸ ਵੀ ਜਿਹੜੇ ਨੇ ਉਹ ਮੌਜੂਦ ਨੇ। ਜੀਆਂ ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਇੱਥੇ ਬੱਚਿਆਂ ਦੀ ਪ੍ਰੋਗਰੈਸ ਦੱਸਣ ਦੇ ਲਈ, ਉਹਨਾਂ ਦੇ ਪੇਰੈਂਟਸ ਨੂੰ ਦੱਸਣ ਦੇ ਲਈ ਕਿ ਉਹਨਾਂ ਦਾ ਬੱਚਾ ਕਿੱਦਾਂ ਦਾ ਪੜ੍ਹ ਰਿਹਾ ਹੈ, ਕੀ ਇੰਪਰੂਵਮੈਂਟ ਹੈ, ਕੀ ਬੱਚੇ ਦੀ ਖਾਮੀਆਂ ਨੇ, ਉਹ ਦੱਸਣ ਦੇ ਲਈ ਉਹਨਾਂ ਦੇ ਪੇਰੈਂਟਸ ਨੂੰ ਇੱਥੇ ਪੇਰੈਂਟ ਟੀਚਰ ਮੀਟਿੰਗ ਬੁਲਾਈ ਗਈ ਹੈ ਤੇ ਆਪਾਂ ਪੇਰੈਂਟਸ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਹੈਲੋ ਮੈਮ। सत श्रीकाल जी। कितने टाइम से आपका बच्चा यहाँ पे है? मैम मेरा बेटा बेटी दोनों पढ़ते हैं, 5 महीने हो गए उन्होंने पढ़ते हुए। तो प्रदीप सर ते प्रतिमा मैडम ने बहुत वधिया किया। डॉक्टर BR अंबेडकर जी की ट्यूशन ते खोल के साडे बच्चों को बहुत वधिया स्टडी मिलती है। तो मेरे बच्चे बहुत कॉन्फिडेंट ने पढ़ के मैडम को बहुत रिस्पैक्ट करते हैं। तो 100 रुपये दे विच ऑल सबजैक्ट सारे पढ़ाना बच्चों को, बट इंग्लिश की कोचिंग देना मैडम बहुत वधिया काम करते हैं। सानू बहुत ज़्यादा खुशी आ कि साडे बच्चों को अगे अगे उत्साह मिलता। मैडम ते सर बहुत स्ट्रगल करते हैं तो मैडम बाकी बहुत वधिया साडे बच्चे मैम, इस ट्यूशन सेंटर में आने से पहले बच्चे आपके कहीं और ट्यूशन पढ़ते हैं? हाँ जी तो वहाँ कितनी फीस थी मैम? मैडम उत्थे एक सबजैक्ट 300 रुपया फीस सीगी, बट उत्थे बच्चे इन्ने चलते भी नहीं सी। इत्थे मैडम पेरेंट्स मीटिंग भी रखते हैं तो पेपर भी लेंदे ने, तो उत्थे ट्यूशन तो इदां दा कुछ भी नहीं सी हुंदा। तो मैडम सानू आप नूं ही बहुत ज़्यादा खुशी मिलती है कि साडे बच्चे काफ़ी बैटर करते पे ने। क्या हाल है मैम? बढ़िया मैम, ठीक। आपके बच्चे भी यहाँ पढ़ते हैं? हाँ जी, 3 बच्चे पढ़ते हैं। मेरी बेटी है वो भी पढ़ा रही है जहाँ मैडम वहाँ। अच्छा, आपकी बेटी यहाँ पढ़ा रही है? हाँ जी तो आपको कैसा लगता है यहाँ? मैडम बहुत अच्छा लगता है, बच्चे बढ़िया पढ़ते हैं, मैडम भी अच्छी है, बहुत बढ़िया पढ़ा रहे हैं। तो मैम बाकी से पहले आपके बच्चे कहीं ट्यूशन जाते थे? नहीं मैडम कहीं नहीं नहीं। जाते। ये फर्स्ट ट्यूशन है? हाँ जी।
यहाँ बच्चे एंजॉय करते हैं, हाँ जी घर आके बताते हैं? हाँ जी सब बताते हैं। आपकी तो घर की ट्यूशन है। हाँ जी घर की ट्यूशन। आपकी बेटी तो फिर कंप्लेंट देती होगी, मम्मा उसने यहाँ ट्यूशन पे ये किया वो किया। हाँ जी थोड़ा बहुत तो बच्चे शरारत करते ही हैं, तो फिर तो मतलब घर पे बच्चे जब आके बताते हैं हम खुश हैं, तसल्ली तो खूब मिलती होगी ना। हाँ जी ਵਧੀਆ ਹੈ ਤੇ खुशी भी ਹੁੰਦੀ है भी बच्चे ਵਧੀਆ पढ़ रहे हैं। क्या हाल है मैम? बस बढ़िया, आप बताओ। बढ़िया बढ़िया मैम, कितने टाइम से पढ़ा रहे हो यहाँ? मुझे 3-4 मंथ्स हो गए हैं यहाँ पढ़ाते हुए, और 3-4 मंथ से ही यहाँ पे हूँ। हाँ जी, क्या पढ़ाते हो मैम आप? मैं यहाँ पे छोटी क्लासेस को पढ़ाती हूँ और प्लस पंजाबी पढ़ाती हूँ यहाँ पे। और छोटी क्लासेस को क्या क्या सिखाते हो? छोटी क्लासेस को उनके सिलेबस के रिगार्डिंग और जो नेसेसरी है वो, और एजुकेशन से रिलेटेड मैनर्स हो गए छोटे बच्चों के लिए, उन्हें उठना बैठना कैसे हैं, बड़ों से बातें कैसे करें, ये सब उनके लिए ज़रूरी है, ये सब सिखाती हूँ। और जो उनकी रेगुलर स्टडीज़ से रिलेटेड है वो भी सिखाते हैं। यही है बस। आपकी तो मम्मा ने बताया आपके तो यहाँ पे बहन भाई भी हैं, गुस्सा आता है उन पे यहाँ पे? आता है, बट जब नहीं पढ़ते तब गुस्सा आता है। नहीं पढ़ते तो गुस्सा यहाँ पे उतारते हो, घर जाके उतारते हो? कभी कभी यहीं पे तो कभी घर जाकर भी। कि ऐसे आधा यहाँ पे आधा घर पे जाके? नहीं, घर पे ज़्यादा करती हूँ। कि मन में ही आता तू चल घर, मम्मी को बताती हूँ? नहीं ऐसा नहीं है, इनको यहाँ पे ज़्यादा डांटती हूँ ताकि, क्योंकि इनको अगर यहाँ पे डांटूंगी तो बच्चे देखेंगे कि मैम अपने भाई बहन को भी डांटते हैं, अगर उनको नहीं डांटूंगी तो फिर वो भी सोचेंगे, इसलिए उनको यहाँ पे ज़्यादा डांटती हूँ। मैम आपकी खुद की क्वालिफिकेशन क्या है? मैं अभी बीएड कर रही हूँ। हाँ जी, वैसे ग्रेजुएटेड हूँ, अब बीएड कर रही हूँ। तो इसके बाद फ्यूचर गोल्स क्या हैं आपके? फ्यूचर गोल्स यही, टीचिंग, मैम का साथ दूंगी। ਜਿਵੇਂ ਕਿ ਅਸੀਂ ਸਭ ਦੇ ਨਾਲ ਗੱਲਬਾਤ ਕੀਤੀ ਤੇ ਸਭ ਨੇ ਦੱਸਿਆ ਕਿ ਉਹ ਇੱਥੇ BR ਅੰਬੇਦਕਰ ਟਿਊਸ਼ਨ ਸੈਂਟਰ ਤੇ ਬਹੁਤ ਹੀ ਜ਼ਿਆਦਾ ਖੁਸ਼ ਨੇ, ਭਾਵੇਂ ਉਹ ਬੱਚੇ ਨੇ ਤੇ ਭਾਵੇਂ ਬੱਚਿਆਂ ਦੇ ਪੇਰੈਂਟਸ, ਹਰ ਕੋਈ ਇੱਥੇ ਪੜ੍ਹ ਕੇ ਟੀਚਰਸ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹੈ। ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੰਗਲਿਸ਼ ਵੀ, ਸਪੋਕਨ ਇੰਗਲਿਸ਼ ਵੀ ਤੇ ਬੱਚਿਆਂ ਨੂੰ ਸਿਰਫ 100 ਰੁਪਏ 'ਚ ਸਿਖਾਈ ਜਾ ਰਹੀ ਹੈ। ਬਹੁਤ ਹੀ ਮਾਮੂਲੀ ਜਿਹੇ ਖਰਚੇ ਦੇ ਵਿੱਚ ਤੁਸੀਂ ਆਪਣੇ ਬੱਚੇ ਜਿਹੜੇ ਆ ਇੱਥੇ ਪੜ੍ਹਾ ਸਕਦੇ ਹੋ। ਤੇ ਜੇਕਰ ਤੁਹਾਡੇ ਵੀ ਨਿਗਾਹ ਦੇ ਵਿੱਚ ਕੋਈ ਅਜਿਹਾ ਬੱਚਾ ਹੈ ਜੋ ਮਹਿੰਗੀਆਂ ਟਿਊਸ਼ਨਾਂ, ਮਹਿੰਗੇ ਸਕੂਲ ਅਫੋਰਡ ਨਹੀਂ ਕਰ ਸਕਦਾ, ਤਾਂ ਇੱਕ ਵਾਰ ਜ਼ਰੂਰ ਇੱਥੇ ਆਉਣ, ਮੈਮ ਨੂੰ ਮਿਲਣ ਤੇ ਉੱਥੇ ਇੱਥੇ ਆ ਕੇ ਉਹਨਾਂ ਕੋਲੋਂ ਕੋਚਿੰਗ ਲੈ ਕੇ ਦੇਖਣ ਕਿ ਤੁਹਾਨੂੰ ਕਿ ਜਿਹਾ ਲੱਗਦਾ ਹੈ, ਤੇ ਚੰਗਾ ਲੱਗਦਾ ਹੈ ਤਾਂ ਤੁਸੀਂ ਇੱਥੇ ਆ ਕੇ ਜ਼ਰੂਰ ਪੜ੍ਹ ਸਕਦੇ ਹੋ, ਤਾਂ ਕਿ ਕਿਸੇ ਦੇ ਸੁਪਨੇ ਜਿਹੜੇ ਨੇ ਉਹ ਪੂਰੇ ਹੋ ਸਕਣ। ਕੈਮਰਾਮੈਨ ਸੇਵਾ ਸਿੰਘ ਦੇ ਨਾਲ ਗੁਰਲੀਨ ਕੌਰ।